किताब विपरन की रीत तो सच दा मार्ग भाग तीजा। लेखक सरदार गुरबख्श सिंह काला अफगाना। तीजे कांड दा तीजा भाग तीर्थ यात्रा अते हौमे। चौथा भाग पाप नाशक तीरथ मनुख नूं वध पाप करमी बनाउंदे हन। पंजवां भाग तीर्थां दे वासी होना जां तीर्थां ते प्राण त्यागण नूं कल्याणकारी मनना एक भरम। छेवां भाग गंभीर भुलेखा। सतवां भाग संत भगत अथवा गुरमुख तीरथ अते अठवां भाग आठसठ मज्जन चरना तूरी। वाहिगुरू जी का खालसा वाहिगुरू जी की फतेह। तीर्थां दे इशनान नाल विकारां तो खलासी नहीं मिलती। जिन्ने मर्जी है तीर्थां दे इशनान कर लवे पर मनुख दे अंदर दी हौमे दी मैल कदे नहीं जाती। अनेक तीर्थ जे जतन करे तां अंतर की हौमे कदे ना जाए। पन्ना 491। तीर्थां ते इशनान करन वाले दे अंदर ਇਹ ਵਿਸ਼ਵਾਸ ਬਣਦਾ ਹੈ ਕਿ ਉਸਨੇ ਹੋਰਨਾਂ ਨਾਲੋਂ ਅੱਡਰਾ ਅਤੇ ਬਹੁਤੇ ਧਰਮ ਦਾ ਕੰਮ ਕੀਤਾ ਹੈ ਅਥਵਾ ਤੀਰਥ ਇਸ਼ਨਾਨੀ ਨੂੰ ਦੂਜਿਆਂ ਨਾਲੋਂ ਵੱਧ ਧਰਮੀ ਹੋਣ ਦਾ ਹੰਕਾਰ ਆ ਘੇਰਦਾ ਹੈ। ਇਹ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈਲ ਲਾਗੀ ਬਹੁ ਦੂਜੇ ਪਾਏ। ਤਟ ਤੀਰਥ ਦਿਸੰਤਰ ਭਵੈ ਅਹੰਕਾਰੀ ਹੋਰ ਵਧੇਰੇ ਹਉਮੈ ਮਲ ਲਾਵਣਿਆ। ਪੰਨਾ 116। ਅਰਥ ਜਿੰਨਾ ਚਿਰ ਮਨੁੱਖ ਦਾ ਇਹ ਮਨ ਵਿਕਾਰਾਂ ਦੀ ਮੈਲ ਨਾਲ ਮੈਲਾ ਰਹਿੰਦਾ ਹੈ ਤਦੋਂ ਤੱਕ ਮਨੁੱਖ ਪਰਮਾਤਮਾ ਨੂੰ ਨਹੀਂ ਸਿਮਰਦਾ। ਮਾਇਆ ਵਿੱਚ ਪਿਆਰ ਪਾਉਣ ਦੇ ਕਾਰਨ ਮਨੁੱਖ ਦੇ ਮਨ ਵਿੱਚ ਵਿਕਾਰਾਂ ਦੀ ਬਹੁਤ ਮੈਲ ਲੱਗੀ ਰਹਿੰਦੀ ਹੈ। ਅਜਿਹੇ ਜੀਵਨ ਵਾਲਾ ਮਨੁੱਖ ਕਿਸੇ ਨਦੀ ਦੇ ਕੰਢੇ 'ਤੇ ਜਾਂਦਾ ਹੈ, ਕਿਸੇ ਤੀਰਥ ਉੱਤੇ ਵੀ ਜਾਂਦਾ ਹੈ, ਹੋਰ ਦੇਸ਼ਾਂ ਵਿੱਚ ਵੀ ਪਾਉਂਦਾ ਹੈ, ਪਰ ਇਸ ਤਰ੍ਹਾਂ ਉਹ ਤੀਰਥ ਯਾਤਰਾ ਆਦਿ ਦੇ ਮਾਣ ਨਾਲ ਹੋਰ ਵਧੀਕੀ ਹੰਕਾਰੀ ਹੋ ਜਾਂਦਾ ਹੈ। ਉਹ ਆਪਣੇ ਅੰਦਰ ਵਧੇਰੀ ਹਉਮੈ ਦੀ ਮੈਲ ਇਕੱਠੀ ਕਰ ਲੈਂਦਾ ਹੈ। ਤੀਰਥ ਜਾਉ ਤਾਂ ਹੋਂ ਕਰਤੇ ਪੰਡਤ ਪੁੱਛੋਂ ਤਾਂ ਮਾਇਆ ਰਾਤੇ। ਪੰਨਾ 385। ਅਰਥ ਮੈਂ ਤੀਰਥਾਂ 'ਤੇ ਜਾਂਦਾ ਹਾਂ ਤਾਂ ਉੱਥੇ ਹਰ ਪਾਸੇ ਯਾਤਰੀ ਲੋਕ ਆਪਣੇ ਆਪ ਵਿੱਚ ਧਰਮੀ ਹੋਣ ਦਾ ਹੰਕਾਰ ਕਰਦੇ ਨਜ਼ਰੀ ਆਉਂਦੇ ਹਨ। ਪੰਡਤਾਂ ਨੂੰ ਪੁੱਛਦਾ ਹਾਂ ਤਾਂ ਉਹ ਵੀ ਮਾਇਆ ਦੇ ਰੰਗ ਵਿੱਚ ਰੰਗੇ ਹੋਏ ਹਨ। ਭਾਵ ਬ੍ਰਾਹਮਣ ਨੂੰ ਮਾਇਆ ਦਾ ਹੰਕਾਰ ਹੈ। ਹਉਮੈ ਮੈਲਾ ਇਹ ਸੰਸਾਰਾ ਨਿਤ ਤੀਰਥ ਨਾਵੇ ਨਾ ਜਾਏ ਅਹੰਕਾਰਾ। ਬਿਨ ਗੁਰ ਭੇਟੇ ਜਮ ਕਰੇ ਖੁਵਾਰਾ। ਪੰਨਾ 230। ਅਰਥ ਹੇ ਭਾਈ ਗੁਰੂ ਨੂੰ ਮਿਲਣ ਤੋਂ ਬਿਨਾਂ ਇਹ ਜਗਤ ਭਾਵ ਦੁਨੀਆ ਦਾ ਇਹ ਮਨੁੱਖ ਹਉਮੈ ਦੇ ਵਿਕਾਰ ਨਾਲ ਮਲੀਨ ਮਨ ਹੋ ਜਾਂਦਾ ਹੈ। ਸਦਾ ਤੀਰਥ ਉੱਤੇ ਇਸ਼ਨਾਨ ਵੀ ਕਰਦਾ ਹੈ ਪਰ ਇਸ ਤਰ੍ਹਾਂ ਇਸ ਦੇ ਮਨ ਦਾ ਅਹੰਕਾਰ ਦੂਰ ਨਹੀਂ ਹੁੰਦਾ। ਗੁਰੂ ਨੂੰ ਮਿਲਣ ਤੋਂ ਬਿਨਾਂ ਆਤਮਕ ਮੌਤ ਇਸ ਨੂੰ ਖੁਆਰ ਕਰਦੀ ਰਹਿੰਦੀ ਹੈ। ਤਪਸੀ ਕਰਕੇ ਦੇਹੀ ਸਾਧੀ ਮਨੁਆ ਦਹ ਦਿਸ਼ ਧਾਨਾ। ਬ੍ਰਹਮਚਾਰ ਬ੍ਰਹਮਚਜ ਕੀਨਾ ਹਿਰਦੇ ਭਇਆ ਗੁਮਾਨਾ। ਸੰਨਿਆਸੀ ਹੋਏ ਕੈ ਤੀਰਥ ਭ੍ਰਮਿਓ ਉਸ ਮਹਿ ਕ੍ਰੋਧ ਬੇਗਾਨਾ। ਪੰਨਾ 1003। ਅਰਥ ਹੇ ਪੰਡਤ ਕੋਈ ਤਪਸਵੀ ਤਪ ਕਰਕੇ ਨਿਰਾ ਸਰੀਰ ਨੂੰ ਕਸ਼ਟ ਦੇ ਰਿਹਾ ਹੈ, ਮਨ ਉਸ ਦਾ ਵੀ ਦਸੀਂ ਪਾਸੀਂ ਦੌੜ ਰਿਹਾ ਹੈ। ਕਿਸੇ ਬ੍ਰਹਮਚਾਰੀ ਨੇ ਕਾਮ ਵਾਸ਼ਨਾ ਰੋਕਣ ਦਾ ਅਭਿਆਸ ਕਰ ਲਿਆ ਹੈ, ਕੋਈ ਸੰਨਿਆਸੀ ਬਣ ਕੇ ਹਰੇਕ ਤੀਰਥ ਉੱਤੇ ਭੌਂ ਰਿਹਾ ਹੈ। ਉਸ ਦੇ ਅੰਦਰ ਉਸ ਨੂੰ ਮੂਰਖ ਬਣਾ ਦੇਣ ਵਾਲਾ ਕ੍ਰੋਧ ਪੈਦਾ ਹੋ ਗਿਆ ਹੈ। ਜਗ ਹਉਮੈ ਮੈਲ ਦੁਖ ਪਾਇਆ ਮਲ ਲਾਗੀ ਦੂਜੇ ਪਾਏ। ਮਲ ਹਉਮੈ ਧੋਤੀ ਕਿਵੇਂ ਨਾ ਉਤਰੈ ਜੇ ਸੌ ਤੀਰਥ ਨਾਏ। ਪੰਨਾ 39। ਅਰਥ ਜਗਤ ਨੇ ਹਉਮੈ ਦੀ ਮੈਲ ਦੇ ਕਾਰਨ ਸਦਾ ਦੁੱਖ ਹੀ ਸਹਾਰਿਆ ਹੈ ਕਿਉਂਕਿ ਮਾਇਆ ਵਿੱਚ ਪਿਆਰ ਦੇ ਕਾਰਨ ਜਗਤ ਨੂੰ ਵਿਕਾਰਾਂ ਦੀ ਮੈਲ ਚਿੰਬੜੀ ਹੋਈ ਹੈ। ਜੇ ਮਨੁੱਖ 100 ਤੀਰਥਾਂ ਉੱਤੇ ਵੀ ਇਸ਼ਨਾਨ ਕਰੇ ਤਾਂ ਵੀ ਅਜਿਹੇ ਕਿਸੇ ਤਰੀਕੇ ਨਾਲ ਇਹ ਹਉਮੈ ਦੀ ਮੈਲ ਧੋਤਿਆਂ ਮਨ ਤੋਂ ਦੂਰ ਨਹੀਂ ਹੁੰਦੀ। ਭਾਗ ਚੌਥਾ ਪਾਪ ਨਾਸ਼ਕ ਤੀਰਥ ਮਨੁੱਖ ਨੂੰ ਵੱਧ ਪਾਪ ਕਰਮੀ ਬਣਾਉਂਦੇ ਹਨ। ਪਾਪ ਕਰੇ ਪੰਚਾਂ ਕੇ ਬਾਸਰੇ ਤੀਰਥ ਨਹਾਏ ਕਹੇ ਸਭ ਉਤਰੇ। ਬਹੁਰ ਕਮਾਵੇਂ ਹੋਏ ਨਿਸ਼ੰਕ ਜਮਪੁਰ ਬਾਂਧ ਖਰੇ ਕਾਲੰਕ। ਪੰਨਾ 1348। ਅਰਥ
ਮਨੁੱਖ ਕਾਮਾਦਿਕ ਪੰਜਾਂ ਦੇ ਵਸ ਰਹਿ ਕੇ ਪਾਪ ਕਰਦੇ ਰਹਿੰਦੇ ਹਨ। ਫਿਰ ਕਿਸੇ ਪਾਪ ਨਾਸ਼ਕ ਤੀਰਥ ਉੱਤੇ ਇਸ਼ਨਾਨ ਕਰਕੇ ਆਖਦੇ ਹਨ ਕਿ ਸਾਡੇ ਸਾਰੇ ਪਾਪ ਲੈ ਗਏ ਹਨ, ਤੇ ਫਿਰ ਸਾਰੇ ਝਾਕੇ ਲਾ ਕੇ ਮੁੜ ਉਹੀ ਪਾਪ ਕਰੀ ਜਾਂਦੇ ਹਨ। ਤੀਰਥ ਇਸ਼ਨਾਨ ਉਹਨਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ। ਉਹ ਆਪਣੇ ਕੀਤੇ ਪਾਪਾਂ ਦੇ ਕਾਰਨ ਬੰਨ੍ਹ ਕੇ ਜਮਰਾਜ ਦੇ ਦੇਸ਼ ਅਪੜਾਏ ਜਾਂਦੇ ਹਨ। ਨੋਟ: ਇਹੀ ਪਾਠ ਪੰਕਤੀ ਤੀਜੇ ਕਾਂਡ ਦੇ 9ਵੇਂ ਲੇਖ ਵਿੱਚ ਹੈ। ਵੱਧ ਤੋਂ ਵੱਧ ਮਾਇਆ ਠੱਗਣ ਦੀ ਲਾਲਸਾ ਦੇ ਮਾਰੇ ਬਿੱਪਰ ਨੇ ਧਰਮ ਪੁਸਤਕਾਂ ਦੀ ਅਯੋਗ ਵਰਤੋਂ ਕਰਕੇ ਲੋਕਾਂ ਦੇ ਮਨਾਂ ਵਿੱਚ ਇਹ ਭਰਮ ਪੱਕਾ ਕਰ ਦਿੱਤਾ ਹੋਇਆ ਸੀ ਕਿ ਤੀਰਥਾਂ 'ਤੇ ਇਸ਼ਨਾਨ ਕਰ ਲੈਣ ਨਾਲ ਪਿਛਲੇ ਸਾਰੇ ਪਾਪਾਂ ਦੇ ਨਾਸ ਹੋ ਜਾਣ ਦੇ ਨਾਲ ਸਗੋਂ ਲੱਖਾਂ ਪੁੰਨ ਕਰਮਾਂ ਦੇ ਫਲਾਂ ਦਾ ਭੰਡਾਰ ਵੀ ਪ੍ਰਾਪਤ ਹੋ ਜਾਂਦਾ ਹੈ। ਅਜਿਹੇ ਨਿਰਮੂਲ ਵਿਸ਼ਵਾਸ ਨੇ ਮਨੁੱਖ ਦੇ ਆਚਰਣ 'ਤੇ ਬੜਾ ਮੰਦਾ ਅਸਰ ਪਾਇਆ, ਕਿਉਂਕਿ ਜਦ ਮਨੁੱਖ ਨੂੰ ਇਹ ਵਿਸ਼ਵਾਸ ਬਣ ਗਿਆ ਕਿ ਤੀਰਥ ਇਸ਼ਨਾਨ ਨੇ ਉਸ ਦੇ ਕੀਤੇ ਸਾਰੇ ਪਾਪ ਨਾਸ਼ ਹੀ ਨਹੀਂ ਕਰ ਦਿੱਤੇ, ਸਗੋਂ ਔਖੀ ਵੇਲੇ ਕੰਮ ਆ ਸਕਣ ਲਈ ਪੁੰਨ ਕਰਮਾਂ ਦਾ ਭੰਡਾਰ ਉਸ ਕੋਲ ਜੁੜ ਗਿਆ ਹੈ, ਤਾਂ ਮਨੁੱਖ ਸਾਰੇ ਝਾਕੇ ਲਾ ਕੇ ਵੱਧ ਘਿਨਾਵਣੇ ਪਾਪ ਕਰਦਾ ਹੈ ਅਤੇ ਫਿਰ ਤੀਰਥਾਂ ਦੇ ਪਾਣੀ ਵਿੱਚ ਵੱਧ ਚੁੱਭੀਆਂ ਲਾ ਕੇ ਪਾਪਾਂ ਤੋਂ ਮੁਕਤ ਹੋ ਗਿਆ ਸਮਝ ਲੈਂਦਾ ਹੈ। ਇੱਕ ਪਾਪੀ ਦਾ ਅਜਿਹਾ ਵਿਸ਼ਵਾਸ ਹਜ਼ਾਰਾਂ ਹੋਰ ਪਾਪੀਆਂ ਨੂੰ ਜਨਮ ਦਿੰਦਾ ਹੈ ਅਤੇ ਸਮਾਜ ਆਚਰਣਹੀਣਤਾ ਦਾ ਸ਼ਿਕਾਰ ਹੋ ਕੇ ਨਿਤਾਣਾ ਹੋਈ ਜਾਂਦਾ ਹੈ। ਅਜਿਹੇ ਭਰਮੀ ਮਨੁੱਖ ਨੇ ਵਿਦੇਸ਼ੀ ਹਮਲਾਵਰਾਂ ਦਾ ਟਾਕਰਾ ਕੀ ਕਰ ਸਕਣਾ ਸੀ। ਜਰਵਾਣੇ ਲੁਟੇਰਿਆਂ ਤੋਂ ਭੈ ਭੀਤ ਹੋਇਆ, ਸਗੋਂ ਉਸ ਦਾ ਮੁਖਬਰ ਬਣ ਗਿਆ ਅਤੇ ਦੇਸ਼ ਦੇ ਹੁਸਨ ਅਤੇ ਧਨ ਦੌਲਤ ਨੂੰ ਵਿਦੇਸ਼ੀ ਪਹੁੰਚਾਉਣ ਵਿੱਚ ਸਹਾਈ ਹੋਇਆ। ਅਸਲ ਵਿੱਚ ਹੁੰਦਾ ਇਹ ਹੈ ਕਿ ਅਜਿਹੇ ਖੋਟੇ ਮਨ ਵਾਲੇ ਮਨੁੱਖ ਦਾ ਕੀਤਾ ਤੀਰਥ ਇਸ਼ਨਾਨ ਪਾਪਾਂ ਵਿੱਚ ਵਾਧਾ ਕਰਦਾ ਹੈ। ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀਅਸ ਹੋਰ, ਬਾਹਰ ਧੋਤੀ ਤੂਮੜੀ ਅੰਦਰ ਵੇਸਨ ਕੋਰ, ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ। ਪੰਨਾ 799। ਅਰਥ: ਜੇ ਖੋਟੇ ਮਨ ਨਾਲ ਤੀਰਥਾਂ 'ਤੇ ਨਹਾਉਣ ਤੁਰ ਪਏ ਤੇ ਸਰੀਰ ਵਿੱਚ ਕਾਮਾਦਿਕ ਚੋਰ ਵੀ ਟਿਕੇ ਹੋਣ ਤਾਂ ਨਹਾਉਣ ਨਾਲ ਇੱਕ ਹਿੱਸਾ ਭਾਵ ਸਰੀਰ ਦੀ ਬਾਹਰਲੀ ਮੈਲ ਤਾਂ ਲੈ ਗਈ, ਪਰ ਮਨ ਵਿੱਚ ਹੰਕਾਰ ਆਦਿਕ ਬਦੀਆਂ ਦੀ ਦੂਣੀ ਮੈਲ ਹੋਰ ਚੜ੍ਹ ਗਈ। ਤੁੰਮੀ ਵਾਲਾ ਹਾਲ ਹੀ ਹੋਇਆ। ਤੁੰਮੀ ਬਾਹਰੋਂ ਤਾਂ ਧੋਤੀ ਗਈ, ਪਰ ਉਸ ਦੇ ਅੰਦਰ ਨਰੋਲ ਵੇਸ ਭਾਵ ਕੁੜੱਤਣ ਟਿਕੀ ਰਹੀ। ਖੋਟੇ ਮਨ ਲਈ ਜਿਵੇਂ ਤੁੰਮੀ ਦਾ ਦ੍ਰਿਸ਼ਟਾਂਤ ਦਿੱਤਾ ਹੈ, ਇਸੇ ਤਰ੍ਹਾਂ ਪਾਪ ਕਰਮ ਕਰਨ ਵਾਲੇ ਮਨੁੱਖ ਦੇ ਮਨ ਨੂੰ ਲੌਕੀ ਭਾਵ ਕੌੜੀ ਤੁੰਮੀ ਤੁੱਲ ਵੀ ਫਰਮਾਨ ਕੀਤਾ ਹੈ। ਜਿਵੇਂ ਤੁੰਮੀ ਅਤੇ ਤੂਮੜੀ ਦੀ ਕੁੜੱਤਣ ਧੋਤਿਆਂ ਦੂਰ ਨਹੀਂ ਹੁੰਦੀ, ਇਸੇ ਤਰ੍ਹਾਂ ਇੱਕ ਤੀਰਥ ਇਸ਼ਨਾਨ ਦੀ ਤਾਂ ਗੱਲ ਹੀ ਕੀ ਹੈ। 68 ਤੀਰਥਾਂ ਦੇ ਇਸ਼ਨਾਨ ਵੀ ਪਾਪੀ ਮਨੁੱਖ ਦਾ ਕੁਝ ਨਹੀਂ ਸਵਾਰ ਸਕਦੇ। ਲੌਕੀ 68 ਤੀਰਥ ਨਹਾਈ, ਕੌਰਾਪਨ ਤਉ ਨਾ ਜਾਈ। ਪੰਨਾ 656। ਭਾਗ ਪੰਜਵਾਂ। ਤੀਰਥਾਂ ਦੇ ਵਾਸੀ ਹੋਣਾ ਜਾਂ ਤੀਰਥਾਂ 'ਤੇ ਪ੍ਰਾਣ ਤਿਆਗਣ ਨੂੰ ਕਲਿਆਣਕਾਰੀ ਮੰਨਣਾ ਇੱਕ ਭਰਮ। ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇਂ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੇ ਕਮੀਰ। ਪੰਨਾ 1367। ਅਰਥ: ਹੇ ਕਬੀਰ, ਜੇ ਤੂੰ ਗੰਗਾ ਦੇ ਕੰਢੇ ਉੱਤੇ ਰਹਿਣ ਲਈ ਆਪਣਾ ਘਰ ਬਣਾ ਲਏ ਤੇ ਗੰਗਾ ਦਾ ਪਵਿੱਤਰ ਪਾਣੀ ਪੀਂਦਾ ਰਹੇ, ਤਾਂ ਵੀ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾਂ ਵਿਕਾਰਾਂ ਤੋਂ ਖਲਾਸੀ ਨਹੀਂ ਹੋ ਸਕਦੀ। ਕਬੀਰ ਤਾਂ ਇਹ ਗੱਲ ਦੱਸ ਕੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹੈ। ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਪੰਨਾ 265। ਅਰਥ: ਕਈ ਪ੍ਰਾਣੀਆਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਤੀਰਥਾਂ 'ਤੇ ਜਾ ਕੇ ਸਰੀਰਕ ਚੋਲਾ ਛੱਡਿਆ ਜਾਏ, ਪਰ ਇਸ ਤਰ੍ਹਾਂ ਵੀ ਹਉਮੈ ਹੰਕਾਰ ਮਨ ਵਿੱਚੋਂ ਘਟਦਾ ਨਹੀਂ। ਮਨੁੱਖ ਦਿਨ ਤੇ ਰਾਤ ਭਾਵ ਸਦਾ ਤੀਰਥਾਂ 'ਤੇ ਇਸ਼ਨਾਨ ਕਰੇ, ਫੇਰ ਵੀ ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ। ਭਾਵ ਤੀਰਥਾਂ 'ਤੇ ਵਸੇਬਾ ਕਰ ਲੈਣ ਨਾਲ
ਅਥਵਾ ਸਦਾ ਗੰਗਾ ਦਾ ਪਵਿੱਤਰ ਪਾਣੀ ਵਰਤਦੇ ਰਹਿਣ ਨਾਲ ਅਤੇ ਫਿਰ ਤੀਰਥਾਂ ਦੇ ਉੱਤੇ ਹੀ ਸਰੀਰ ਤਿਆਗ ਦੇਣ ਨਾਲ ਪਰਮਾਰਥਕ ਲਾਭ ਅਥਵਾ ਦੁਨਿਆਵੀ ਲਾਭ ਕੁਝ ਵੀ ਨਹੀਂ ਮਿਲਦਾ। ਅਜਿਹੇ ਸਭ ਅਡੰਬਰ ਨਿਸਫਲ ਹਨ। ਕੇਵਲ ਪ੍ਰਭੂ ਦਾ ਨਾਮ ਹੀ ਵਿਕਾਰਾਂ ਤੋਂ ਛੁਟਕਾਰੇ ਦਾ ਸਾਧਨ ਹੈ। ਭਾਗ 6ਵਾਂ ਗੰਭੀਰ ਭੁਲੇਖਾ। ਕਈ ਉਪਦੇਸ਼ਕ ਗੁਰਬਾਣੀ ਸ਼ਬਦ ਦੇ ਠੀਕ ਅਰਥ ਸਮਝਣ ਤੋਂ ਟਪਲਾ ਖਾ ਕੇ ਤੀਰਥ ਯਾਤਰਾ ਨੂੰ ਗੁਰਮਤਿ ਦੇ ਅਨੁਕੂਲ ਦੱਸ ਕੇ ਸਰੋਤਿਆਂ ਨੂੰ ਕਰਾਹੇ ਪਾਉਣ ਦੀ ਭੁੱਲ ਕਰਦੇ ਹਨ। ਪਰ ਕਈ ਵਿਦਵਾਨ ਧਾਰਮਿਕ ਆਗੂ ਵਿਪਰ ਦੇ ਏਜੰਟ ਤੀਰਥ ਯਾਤਰਾ ਨੂੰ ਗੁਰਮਤਿ ਦੇ ਅਨੁਕੂਲ ਸਿੱਧ ਕਰਨ ਲਈ ਗੁਰੂ ਸ਼ਬਦਾਂ ਦੇ ਅਰਥ ਵਿਗਾੜਨ ਦਾ ਅਪਰਾਧ ਕਰਦੇ ਹਨ। ਉਦਾਹਰਨ ਵਜੋਂ ਜਿਵੇਂ ਇੱਕ ਸ਼ਬਦ ਇਸ ਪ੍ਰਕਾਰ ਹੈ, ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ਼ ਭਇਆ, ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ। ਗੁਰ ਦਰਸ਼ ਪਾਇਆ ਅਗਿਆਨ ਗਵਾਇਆ, ਅੰਤਰ ਜੋਤ ਪ੍ਰਗਾਸੀ, ਜਨਮ ਮਰਨ ਦੁਖ ਖਿਨਮੈ ਬਿਨਸੇ, ਹਰ ਪਾਇਆ ਪ੍ਰਭ ਅਬਨਾਸੀ। ਹਰ ਆਪ ਕਰਤੇ ਪੁਰਬ ਕੀਆ, ਸਤਿਗੁਰੂ ਕੁਲ ਖੇਤ ਨਾਵਣ ਗਿਆ। ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ਼ ਪਾਇਆ। ਪੰਨਾ 1116। ਅਰਥ, ਹੇ ਭਾਈ, ਜਿਸ ਮਨੁੱਖ ਨੂੰ ਸਤਿਗੁਰਾਂ ਦਾ ਦਰਸ਼ਨ ਹੋ ਗਿਆ, ਇਹ ਗੁਰ ਦਰਸ਼ਨ ਉਸ ਮਨੁੱਖ ਵਾਸਤੇ ਤੀਰਥ ਇਸ਼ਨਾਨ ਹੈ। ਉਸ ਮਨੁੱਖ ਵਾਸਤੇ ਅਭੀਚ ਨਛੱਤਰ ਦਾ ਪਵਿੱਤਰ ਦਿਹਾੜਾ ਹੈ। ਗੁਰੂ ਦੇ ਦਰਸ਼ਨ ਦੀ ਬਰਕਤ ਨਾਲ ਉਸ ਮਨੁੱਖ ਦੀ ਆਤਮਿਕ ਜੀਵਨ ਵੱਲੋਂ ਬੇਸਮਝੀ ਵਾਲਾ ਹਨੇਰਾ ਦੂਰ ਹੋ ਜਾਂਦਾ ਹੈ। ਹੇ ਭਾਈ, ਜਿਸ ਮਨੁੱਖ ਨੇ ਗੁਰੂ ਦਾ ਦਰਸ਼ਨ ਕਰ ਲਿਆ, ਉਸ ਨੇ ਆਪਣੇ ਅੰਦਰੋਂ ਅਗਿਆਨ ਹਨੇਰਾ ਦੂਰ ਕਰ ਲਿਆ। ਉਸ ਦੇ ਅੰਦਰ ਪਰਮਾਤਮਾ ਦੀ ਜੋਤ ਨੇ ਆਪਣਾ ਪ੍ਰਕਾਸ਼ ਕਰ ਦਿੱਤਾ। ਗੁਰੂ ਦੇ ਦਰਸ਼ਨ ਦੀ ਬਰਕਤ ਨਾਲ ਉਸ ਮਨੁੱਖ ਨੇ ਅਬਨਾਸ਼ੀ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ। ਉਸ ਮਨੁੱਖ ਦੇ ਜਨਮ ਤੋਂ ਮਰਨ ਤੱਕ ਦੇ ਸਾਰੇ ਦੁੱਖ ਨਾਸ਼ ਹੋ ਗਏ। ਗੁਰੂ ਅਮਰਦਾਸ ਅਭੀਚ ਪੁਰਬ ਦੇ ਤੀਰਥ ਇਸ਼ਨਾਨ ਦੇ ਸਮੇਂ ਤੇ ਕੁਲਖੇਤਰ ਤੇ ਗਏ। ਕਰਤਾਰ ਨੇ ਆਪ ਗੁਰੂ ਦੇ ਜਾਣ ਦੇ ਇਸ ਉਦਮ ਨੂੰ ਉੱਥੇ ਇਕੱਠੇ ਹੋਏ ਲੋਕਾਂ ਵਾਸਤੇ ਪਵਿੱਤਰ ਦਿਹਾੜਾ ਬਣਾ ਦਿੱਤਾ। ਜਿਸ ਮਨੁੱਖ ਨੂੰ ਸਤਿਗੁਰੂ ਦਾ ਦਰਸ਼ਨ ਹੋ ਗਿਆ, ਇਹ ਗੁਰਦਰਸ਼ਨ ਉਸ ਮਨੁੱਖ ਵਾਸਤੇ ਤੀਰਥ ਇਸ਼ਨਾਨ ਹੈ। ਉਸ ਮਨੁੱਖ ਵਾਸਤੇ ਅਭੀਚ ਨਛੱਤਰ ਦਾ ਪਵਿੱਤਰ ਦਿਹਾੜਾ ਹੈ। ਗੁਰਦੇਵ ਜੀ ਦੀ ਇਸ ਯਾਤਰਾ ਦਾ ਮੰਤਵ ਅਗਲੇ ਸ਼ੰਤ ਵਿੱਚ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ। ਮਾਰਗ ਪੰਥ ਚਲੇ ਗੁਰ ਸਤਿਗੁਰ ਸੰਗ ਸਿਖਾ, ਅਨ ਦਿਨ ਭਗਤ ਬਣੀ ਖਿਨ ਖਿਨ ਨਿਮਖ ਵਿਖਾ। ਹਰ ਹਰ ਭਗਤ ਬਣੀ ਪ੍ਰਭ ਕੇਰੀ, ਸਭ ਲੋਕ ਵੇਖਣ ਆਇਆ। ਜਿਨ ਦਰਸ਼ ਸਤਿਗੁਰੂ ਗੁਰੂ ਕੀਆ, ਤਿਨ ਆਪ ਹਰ ਮਿਲਾਇਆ। ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਦਾਹਰਣ ਅਰਥਾ। ਮਾਰਗ ਪੰਥ ਚਲੇ ਗੁਰ ਸਤਿਗੁਰ ਸੰਗ ਸਿੱਖਾ। ਪੰਨਾ 1116। ਅਰਥ, ਹੈ ਭਾਈ, ਅਨੇਕਾਂ ਸਿੱਖ ਗੁਰੂ ਅਮਰਦਾਸ ਜੀ ਦੇ ਨਾਲ ਉਸ ਲੰਮੇ ਪੈਂਡੇ ਵਿੱਚ ਗਏ। ਹਰੇਕ ਖਿਨ ਨਿਮਖ ਨਿਮਖ, ਕਦਮ ਕਦਮ ਤੇ ਹਰ ਰੋਜ਼ ਪਰਮਾਤਮਾ ਦੀ ਭਗਤੀ ਦਾ ਅਵਸਰ ਬਣਿਆ ਰਹਿੰਦਾ ਸੀ। ਉਸ ਸਾਰੇ ਪੈਂਡੇ ਵਿੱਚ ਸਦਾ ਪਰਮਾਤਮਾ ਦੀ ਭਗਤੀ ਦਾ ਉਦਮ ਬਣਿਆ ਰਹਿੰਦਾ ਸੀ। ਬਹੁਤ ਲੋਕਾਈ ਗੁਰੂ ਦਾ ਦਰਸ਼ਨ ਕਰਨ ਆਉਂਦੀ ਸੀ। ਜਿਨ੍ਹਾਂ ਵਡਭਾਗੀ ਮਨੁੱਖਾਂ ਨੇ ਗੁਰੂ ਦਾ ਦਰਸ਼ਨ ਕੀਤਾ, ਪਰਮਾਤਮਾ ਨੇ ਆਪ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ। ਭਾਵ ਜਿਹੜੇ ਮਨੁੱਖ ਗੁਰੂ ਦਾ ਦਰਸ਼ਨ ਕਰਦੇ ਹਨ, ਉਹਨਾਂ ਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ। ਤੀਰਥਾਂ ਉੱਤੇ ਇਕੱਠੀ ਹੋਈ ਸਾਰੀ ਲੋਕਾਈ ਨੂੰ ਤੀਰਥ ਇਸ਼ਨਾਨਾਂ ਦੇ ਭਰਮ ਵਾਲੇ ਗਲਤ ਰਸਤੇ 'ਤੇ ਪਏ ਰਹਿਣ ਤੋਂ ਬਚਾ ਲੈਣ ਲਈ ਸਤਿਗੁਰਾਂ ਨੇ ਤੀਰਥਾਂ ਉੱਤੇ ਜਾਣ ਦਾ ਉਦਮ ਕੀਤਾ ਸੀ। ਸਤਿਗੁਰਾਂ ਦੇ ਨਾਲ ਅਨੇਕਾਂ ਸਿੱਖ ਉਸ ਲੰਮੇ ਪੈਂਡੇ ਵਿੱਚ ਗਏ ਸਨ। ਸੋ ਅਜਿਹਾ ਸੋਚਣਾ ਬੜੀ ਵੱਡੀ ਭੁੱਲ ਹੈ ਅਥਵਾ ਘੋਰ ਪਾਪ ਹੈ ਕਿ ਸਤਿਗੁਰਾਂ ਨੇ ਦ੍ਰਿਸ਼ਟਮਾਨ ਤੀਰਥਾਂ ਦੇ ਦਰਸ਼ਨ ਇਸ਼ਨਾਨ ਨੂੰ ਕਿਸੇ ਸਮੇਂ ਵੀ ਪੁੰਨ ਦਾ ਕੰਮ ਮੰਨਿਆ ਸੀ। ਗੁਰੂ ਨਾਨਕ ਜੀ ਦੇ ਸਮੇਂ ਤੋਂ ਹੀ ਸਤਿਗੁਰੂ ਜੀ ਉਸ ਥਾਂ 'ਤੇ ਸਦਾ ਪੁੱਜਦੇ ਰਹੇ ਸਨ, ਜਿੱਥੇ ਵੱਧ ਤੋਂ ਵੱਧ ਲੋਕਾਂ ਨੂੰ ਗੁਰਮਤਿ ਗਿਆਨ ਤੋਂ ਜਾਣੂ ਕਰਵਾ ਕੇ ਬ੍ਰਾਹਮਣੀ ਭਰਮ ਜਾਲ ਵਿੱਚੋਂ ਕੱਢਣ ਦਾ ਅਵਸਰ ਬਣਦਾ ਸੀ। ਸਤਿਗੁਰਾਂ ਦੇ ਇਸ ਉਪਕਾਰ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇਉਂ ਕੀਤਾ ਹੈ। ਬਾਬਾ ਆਇਆ ਤੀਰਥ ਹੈ, ਤੀਰਥ ਪੁਰਬ ਸਭੇ ਫਿਰ ਦੇਖੈ,
ਪੁਰਬ ਧਰਮ ਬਹੁ ਕਰਮ ਕਰ, ਭਾਉ ਭਗਤ ਬਿਨ ਕਿਤੇ ਨਾ ਲਿਖੈ। ਭਾਉ ਨ ਬ੍ਰਹਮੇ ਲਿਖਿਆ, ਚਾਰ ਵੇਦ ਸਿਮਰਤ ਪੜ੍ਹ ਪੇਖੈ। ਢੂੰਡੀ ਸਗਲੀ ਪ੍ਰਿਥਵੀ, ਸਤਜੁਗ ਆਦਿ ਦੁਆਪਰ ਤ੍ਰੇਤੈ। ਕਾਲਜੁਗ ਧੁੰਦੂਕਾਰ ਹੈ, ਭਰਮ ਭੁਲਾਈ ਬਹੁ ਬਿਧ ਭੇਖੈ। ਭੇਖੀ ਪ੍ਰਭੂ ਨ ਪਾਈਐ, ਆਪ ਗਵਾਏ ਰੂਪ ਨ ਰੇਖੈ। ਗੁਰਮੁਖ ਵਰਨ ਅਵਰਨ ਹੋਏ, ਨਿਵ ਚੱਲਣਾ ਗੁਰ ਸਿੱਖ ਵਸੇਖੈ। ਤਾਂ ਕਿਛ ਘਾਲ ਪਵੈ ਦਰ ਲਿਖੈ। ਭਾਈ ਗੁਰਦਾਸ ਜੀ। ਪੌੜੀ ਦਾ ਭਾਵ, ਗੁਰੂ ਬਾਬਾ ਜੀ ਤੀਰਥਾਂ ਨੂੰ ਜਦ ਆਏ ਤਾਂ ਉੱਥੇ ਲੋਕਾਂ ਨੂੰ ਫੋਕੇ ਕਰਮ ਕਾਂਡ ਵਿੱਚ ਫਸੇ ਡਿੱਠਾ। ਪ੍ਰੇਮਾ ਭਗਤੀ ਤੋਂ ਸੁੰਝੇ ਸੀ। ਬ੍ਰਹਮਾ ਦੇ ਜਿਸ ਲੇਖ ਅਨੁਸਾਰ ਲੋਕਾਂ ਨੂੰ ਇਨ੍ਹਾਂ ਕਰਮਾਂ ਵਿੱਚ ਫਸੇ ਡਿੱਠਾ, ਉਸ ਵਿੱਚ ਭਾਉ ਭਗਤੀ ਨਹੀਂ ਸੀ। ਉੱਤੋਂ ਕਲਯੁਗ ਦੇ ਭੇਖੀਆਂ ਨੇ ਜ਼ੋਰ ਪਾ ਲਿਆ ਸੀ। ਜਿਵੇਂ ਅੱਜ ਸਿੱਖੀ ਵਿੱਚ ਵੀ ਥਾਂ ਥਾਂ ਸਾਧਾਂ ਦੇ ਡੇਰੇ ਜਨਮ ਲਈ ਜਾ ਰਹੇ ਹਨ। ਸਤਿਗੁਰਾਂ ਨੇ ਅਸਲੀਅਤ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਕਿ ਹਉਮੈ ਤਿਆਗ ਕੇ ਸੱਚੀ ਪ੍ਰੇਮਾ ਭਗਤੀ ਤੋਂ ਬਿਨਾਂ ਹੋਰ ਕੋਈ ਘਾਲ ਵੀ ਥਾਂ ਨਹੀਂ ਪੈਂਦੀ। ਸੋ ਅਜਿਹਾ ਕਹਿਣ ਵਾਲੇ ਮਹਾਪਾਪੀ ਹਨ ਕਿ ਗੁਰਦੇਵ ਜੀ ਤੀਰਥਾਂ 'ਤੇ ਦਰਸ਼ਨ ਇਸ਼ਨਾਨ ਦੀ ਸ਼ਰਧਾ ਦੇ ਕਾਰਨ ਗਏ ਸਨ। ਭੁਲੇਖਾ ਪਾਉਣ ਲਈ ਵਰਤਿਆ ਜਾਣ ਵਾਲਾ ਦੂਸਰਾ ਪਾਵਨ ਗੁਰੂ ਫਰਮਾਨ ਇਸ ਪ੍ਰਕਾਰ ਹੈ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ ਰਹਾਓ। ਪੰਨਾ 631। ਪਿਛਲੇ ਤੀਰਥ ਪ੍ਰਕਰਣ ਵਿੱਚ ਲਿਖੇ ਤੀਰਥ ਸ਼ਬਦ ਦੇ 13 ਅਰਥਾਂ ਵਿੱਚੋਂ ਪੰਜਵਾਂ ਅਰਥ ਗੁਰੂ ਹੈ ਅਤੇ ਸੱਤਵਾਂ ਅਰਥ ਕਰਤਾਰ ਹੈ। ਜੇ ਇਨ੍ਹਾਂ ਅਰਥਾਂ ਦੇ ਥਾਂ ਤੀਰਥ ਦੇ ਉਹੀ ਅਰਥ ਕੀਤੇ ਜਾਣ ਜਿਹੜੇ ਬ੍ਰਾਹਮਣੀ ਤੀਰਥ ਨਾਲ ਜੁੜੇ ਹੋਏ ਹਨ, ਤਾਂ ਇਸ ਮਹਾਵਾਕ ਦੇ ਅਰਥ ਗੁਰਮਤਿ ਸਿਧਾਂਤ ਦੀ ਵਿਰੋਧਤਾ ਕਰਨ ਵਾਲੇ ਬਣ ਜਾਣਗੇ। ਕਈ ਅਗਿਆਨੀ ਉਪਦੇਸ਼ਕ ਗਲਤ ਅਰਥ ਕਰਨ ਵਾਲੀ ਅਜਿਹੀ ਭੁੱਲ ਕਰ ਵੀ ਰਹੇ ਹਨ। ਇਉਂ ਕਰਨਾ ਵਿਪਰਨ ਕੀ ਰੀਤ ਦੇ ਧਾਰਨੀ ਬਣਨ ਦੀ ਭੁੱਲ ਹੈ। ਪਰ ਜੇ ਤੀਰਥ ਦਾ ਅਰਥ ਗੁਰੂ ਸੰਤ ਅਥਵਾ ਕਰਤਾਰ ਕਰੀਏ ਤਾਂ ਵਿਪਰੀ ਅਰਥਾਂ ਵਾਲੀ ਸੋਚ ਤੋਂ ਛੁਟਕਾਰਾ ਮਿਲ ਜਾਂਦਾ ਹੈ। ਆਓ ਉਹਨਾਂ ਤੀਰਥਾਂ ਦੇ ਦਰਸ਼ਨ ਕਰੀਏ ਜਿਨ੍ਹਾਂ ਦਾ ਜ਼ਿਕਰ ਉੱਪਰਲੇ ਮਹਾਵਾਕ ਵਿੱਚ ਲੁਕਿਆ ਹੋਇਆ ਹੈ। ਭਾਗ ਸਤਵਾਂ। ਸੰਤ ਭਗਤ ਅਥਵਾ ਗੁਰਮੁਖ ਤੀਰਥ। ਨਾਮ ਰਤੇ ਤੀਰਥ ਸੇ ਨਿਰਮਲ, ਦੁਖ ਹਉਮੈ ਮੈਲ ਚੁਕਾਇਆ। ਨਾਨਕ ਤਿਨ ਕੇ ਚਰਨ ਪਖਾਲੈ, ਜਿਨ੍ਹਾਂ ਗੁਰਮੁਖ ਸਾਚਾ ਪਾਇਆ। ਪੰਨਾ 1345। ਅਰਥ, ਗੁਰੂ ਨਾਨਕ ਜੀ ਫਰਮਾਨ ਕਰਦੇ ਹਨ, ਗੁਰੂ ਦੀ ਸ਼ਰਨ ਪੈ ਕੇ ਜਿਨ੍ਹਾਂ ਬੰਦਿਆਂ ਨੂੰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਪਿਆਰਾ ਲੱਗਦਾ ਹੈ, ਮੈਂ ਉਹਨਾਂ ਦੇ ਚਰਨ ਧੋਂਦਾ ਹਾਂ। ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਹੋਏ ਉਹ ਬੰਦੇ ਅਸਲੀ ਪਵਿੱਤਰ ਤੀਰਥ ਹਨ, ਜਿਨ੍ਹਾਂ ਨੇ ਹਉਮੈ ਦਾ ਦੁੱਖ, ਹਉਮੈ ਦੀ ਮੈਲ ਆਪਣੇ ਮਨ ਵਿੱਚੋਂ ਧੋ ਲਈ ਹੁੰਦੀ ਹੈ। ਸੰਤ ਜਨਾਂ ਮਿਲ ਸੰਗਤੀ, ਗੁਰਮੁਖ ਤੀਰਥ ਹੋਏ। 68 ਤੀਰਥ ਮਜਨਾ, ਗੁਰ ਦਰਸ਼ ਪ੍ਰਾਪਤ ਹੋਏ। ਪੰਨਾ 597। ਅਰਥ, ਹੇ ਮਨ, ਸੰਤ ਜਨਾਂ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ ਰਹਿ ਕੇ ਗੁਰੂ ਦੇ ਸਨਮੁਖ ਰਹਿਣਾ ਹੀ ਅਸਲ ਤੀਰਥ ਇਸ਼ਨਾਨ ਹੈ। ਜਿਸ ਮਨੁੱਖ ਨੂੰ ਗੁਰੂ ਦਾ ਆਤਮਿਕ ਦਰਸ਼ਨ ਹੋ ਜਾਂਦਾ ਹੈ, ਉਸ ਨੂੰ 68 ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ। ਭਾਗ 8ਵਾਂ। 68 ਮੱਜਨ ਚਰਨਾ ਧੂਰੀ। ਐਸੋ ਦਾਸ ਮਿਲੇ ਸੁਖ ਹੋਈ, ਦੁਖ ਵਿਸਰੇ ਪਾਵੇ ਸੱਚ ਸੋਈ। ਦਰਸ਼ਨ ਦੇਖ ਭਈ ਮਤ ਪੂਰੀ, 68 ਮੱਜਨ ਚਰਨਾ ਧੂਰੀ ਰਹਾਓ। ਪੰਨਾ 224। ਅਰਥ, ਪਰਮਾਤਮਾ ਦਾ ਇਹੋ ਜਿਹਾ ਦਾਸ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ, ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ। ਉਹ ਗੁਰਮੁਖ ਸੱਚੇ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ ਅਤੇ ਦੁੱਖ ਉਸ ਦੇ ਨੇੜੇ ਨਹੀਂ ਟੁਕਦਾ। ਹਰੀ ਦੇ ਦਾਸ ਗੁਰੂ ਦਾ ਆਤਮਿਕ ਦਰਸ਼ਨ ਕਰਕੇ ਮਨੁੱਖ ਦੀ ਅਕਲ ਪੂਰੀ ਸੂਝ ਵਾਲੀ ਹੋ ਜਾਂਦੀ ਹੈ। ਅਜਿਹੇ ਗੁਰੂ ਦੇ ਚਰਨਾਂ ਦੀ ਧੂੜੀ ਹੀ 68 ਤੀਰਥਾਂ ਦਾ ਇਸ਼ਨਾਨ ਹੈ। ਰਾਮਾਇਣ ਗਾਥਾ ਦੀ ਵੀਡੀਓ ਤਸਵੀਰ ਵਿੱਚ ਸ੍ਰੀ ਰਾਮ ਜੀ ਦੇ ਮੂੰਹੋਂ ਇਹ ਅਖਵਾਇਆ ਹੋਇਆ ਹੈ ਕਿ ਗੰਗਾ ਮਈਆ ਦਾ ਜਲ ਮਨੁੱਖ ਨੂੰ ਅੰਦਰੋਂ ਤੇ ਬਾਹਰੋਂ, ਭਾਵ ਮਨੁੱਖ ਦੇ ਅੰਦਰ ਦੀ ਪਾਪਾਂ ਦੀ ਮੈਲ ਅਤੇ ਬਾਹਰੋਂ ਪਿੰਡੇ ਦੀ ਮੈਲ ਸਾਫ਼ ਕਰ ਦਿੰਦਾ ਹੈ। ਉਸ ਗੰਗਾ ਅਤੇ ਉਸ ਦੀਆਂ ਸਾਥਣਾਂ
ਕਥਿਤ ਤੌਰ 'ਤੇ ਪਵਿੱਤਰ ਨਦੀਆਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਇਸ ਪ੍ਰਕਾਰ ਹੈ। ਗੰਗਾ ਜਮੁਨਾ ਗੋਦਾਵਰੀ ਸਰਸਵਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਕਿਲਬਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤੀਰਥ 68 ਮੱਝਨ ਨਾਈ ਸਤ ਸੰਗਤ ਕੀ ਧੂਰ ਪਰੀ ਉੱਡ ਨੇਤਰੀ। ਸਭ ਦੁਰਮਤ ਮੈਲ ਗਵਾਈ ਰਹਾਓ। ਜਾਹਰ ਨਵੀ ਤਪੇ ਭਗੀਰਥ ਆਣੀ ਕੇਦਾਰ ਥਾਪਿਓ ਮਹਿਸਾਈ। ਕਾਂਸ਼ੀ ਕ੍ਰਿਸ਼ਨ ਚਰਾਵਤ ਗਊ ਮਿਲ ਹਰਜਨ ਸ਼ੋਭਾ ਪਾਈ। ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ। ਹਰ ਕਾ ਸੰਤ ਮਿਲੇ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਈ। ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ। ਨਾਨਕ ਲਿਲਾਟ ਹੋਵੇ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ। ਪੰਨਾ 1263। ਅਰਥ ਪਰਮਾਤਮਾ ਦੀ ਸਿਫਤ ਸਲਾਹ ਦੇ ਤੀਰਥ ਵਿੱਚ ਕੀਤਾ ਹੋਇਆ ਆਤਮਿਕ ਇਸ਼ਨਾਨ ਹੀ 68 ਤੀਰਥਾਂ ਦਾ ਇਸ਼ਨਾਨ ਹੈ। ਜਿਸ ਮਨੁੱਖ ਦੀਆਂ ਅੱਖਾਂ ਵਿੱਚ ਗੁਰੂ ਨਾਨਕ ਸਾਧ ਦੀ ਸੰਗਤ ਦੇ ਚਰਨਾਂ ਦੀ ਧੂੜ ਉੱਡ ਕੇ ਪੈਂਦੀ ਹੈ, ਉਹ ਧੂੜ ਉਸ ਦੇ ਅੰਦਰੋਂ ਵਿਕਾਰਾਂ ਦੀ ਸਾਰੀ ਮੈਲ ਦੂਰ ਕਰ ਦਿੰਦੀ ਹੈ। ਰਹਾਓ। ਗੰਗਾ ਜਮਨਾ ਗੋਦਾਵਰੀ ਸਰਸਵਤੀ ਆਦਿਕ ਪਵਿੱਤਰ ਨਦੀਆਂ ਇਹ ਸਾਰੀਆਂ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਲੈਣ ਵਾਸਤੇ ਯਤਨ ਕਰਦੀਆਂ ਰਹਿੰਦੀਆਂ ਹਨ। ਇਹ ਨਦੀਆਂ ਆਖਦੀਆਂ ਹਨ ਕਿ ਵਿਕਾਰਾਂ ਦੀ ਮੈਲ ਨਾਲ ਲਿਬੜੇ ਹੋਏ ਜੀਵ ਸਾਡੇ ਵਿੱਚ ਆ ਕੇ ਚੁੱਭੀਆਂ ਲਾਉਂਦੇ ਰਹਿੰਦੇ ਹਨ। ਉਹ ਆਪਣੀ ਮੈਲ ਸਾਨੂੰ ਦੇ ਜਾਂਦੇ ਹਨ। ਭਾਵ ਕਿਸੇ ਅਪਵਿੱਤਰ ਜੀਵ ਨੂੰ ਪਵਿੱਤਰ ਕਰ ਦੇਣ ਦੇ ਥਾਂ ਗੰਗਾ ਆਦਿ ਨਦੀਆਂ ਆਪ ਹੀ ਪਾਪਾਂ ਦੀ ਮੈਲ ਨਾਲ ਭਰੀਆਂ ਹੋਈਆਂ ਸੰਤਾਂ ਦੀ ਧੂੜ ਨੂੰ ਲੁੱਛ ਰਹੀਆਂ ਹਨ। ਕਰਾਮਾਤੀ ਸ਼ਕਤੀਆਂ ਵਾਲੀਆਂ ਇਹ ਕਥਿਤ ਪਾਵਨ ਨਦੀਆਂ ਕਹਿੰਦੀਆਂ ਹਨ ਕਿ ਸਾਡੀ ਉਹ ਮੈਲ ਸੰਤ ਜਨਾਂ ਦੇ ਚਰਨਾਂ ਦੀ ਧੂੜ ਦੂਰ ਕਰਦੀ ਹੈ। ਗੰਗਾ ਨੂੰ ਕਥਿਤ ਤੌਰ 'ਤੇ ਭਾਗੀਰਥੀ ਤਪੇ ਨੇ ਸੁਰਗਾਂ ਵਿੱਚੋਂ ਲਿਆਂਦਾ। ਸ਼ਿਵ ਜੀ ਨੇ ਕੇਦਾਰਾ ਤੀਰਥ ਜਿੱਥੇ ਪਹਾੜ ਉੱਕਰ ਕੇ ਸ਼ਿਵ ਝੋਟੇ ਦੀ ਪਿੱਠ ਬਣਾਈ ਹੋਈ ਹੈ, ਕਹਾਣੀ ਪ੍ਰਕਰਨ 20 ਵਿੱਚ ਲਿਖੀ ਗਈ ਹੈ, ਅਸਥਾਪਨ ਕੀਤਾ। ਕਾਂਚੀ ਸ਼ਿਵਾਂ ਦੀ ਨਗਰੀ ਬ੍ਰਿੰਦਾਬਨ ਜਿੱਥੇ ਕ੍ਰਿਸ਼ਨ ਗਾਈਆਂ ਚਾਰਦਾ ਰਿਹਾ। ਇਹਨਾਂ ਸਭਨਾਂ ਨੇ ਹਰੀ ਦੇ ਭਗਤਾਂ ਨੂੰ ਮਿਲ ਕੇ ਹੀ ਵਡਿਆਈ ਹਾਸਲ ਕੀਤੀ ਹੋਈ ਹੈ। ਭਾਵੇਂ ਕਥਿਤ ਦੇਵਤੇ ਅਤੇ ਅਵਤਾਰ ਵੀ ਸੰਤ ਜਨਾਂ ਦੀ ਚਰਨ ਧੂੜ ਤੋਂ ਹੇਠਾਂ ਹਨ। ਦੇਵਤਿਆਂ ਨੇ ਜਿਤਨੇ ਵੀ ਤੀਰਥ ਅਸਥਾਨ ਅਸਥਾਪਨ ਕੀਤੇ ਮੰਨੇ ਗਏ ਹਨ, ਉਹ ਸਾਰੇ ਤੀਰਥ ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦੇ ਰਹਿੰਦੇ ਹਨ। ਜਦੋਂ ਉਹਨਾਂ ਨੂੰ ਪਰਮਾਤਮਾ ਦਾ ਸੰਤ ਗੁਰੂ ਸਾਧੂ ਮਿਲਦਾ ਹੈ, ਉਹ ਉਸ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਂਦੇ ਹਨ। ਭਾਵ ਬ੍ਰਾਹਮਣੀ ਮਿਥਿਆਸ ਦੇ ਆਸਰੇ ਬਣੇ ਸਾਰੇ ਤੀਰਥ ਨਿਸਫਲ ਹਨ। ਕੇਵਲ ਪਰਮਾਤਮਾ ਦੇ ਭਗਤ ਹੀ ਸ੍ਰੇਸ਼ਟ ਹਨ। ਹੇ ਮੇਰੇ ਮਾਲਕ ਪ੍ਰਭੂ, ਤੇਰੀ ਪੈਦਾ ਕੀਤੀ ਹੋਈ ਜਿਤਨੀ ਵੀ ਸ੍ਰਿਸ਼ਟੀ ਹੈ, ਉਹ ਸਾਰੇ ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਲਈ ਤੰਗ ਕਰਦੀ ਹੈ। ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਲਿਖਿਆ ਹੋਵੇ, ਪਰਮਾਤਮਾ ਉਸ ਨੂੰ ਗੁਰੂ ਸਾਧੂ ਦੇ ਚਰਨਾਂ ਦੀ ਧੂੜ ਦੇ ਕੇ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਪ੍ਰਭੂ ਦੇ ਸੇਵਕਾਂ ਦੇ ਚਰਨ ਗੰਗਾ ਮਈਆ ਜਿਹੇ ਕਰੋੜਾਂ ਤੀਰਥਾਂ ਦੇ ਤੁਲ ਫੁਰਮਾਨ ਕੀਤੇ ਹਨ। ਜਨ ਪਾਰ ਬ੍ਰਹਮ ਜਾਂ ਕੀ ਨਿਰਮਲ ਮਹਿਮਾ, ਜਨ ਕੇ ਚਰਨ ਤੀਰਥ ਕੋਟ ਗੰਗਾ। ਜਨ ਕੀ ਧੂਰ ਕੀਓ ਮੱਜਨ ਨਾਨਕ, ਜਨਮ ਜਨਮ ਕੇ ਹਰੇ ਕਾ ਗੰਗਾ। ਪੰਨਾ 828। ਅਰਥ ਗੁਰਦੇਵ ਜੀ ਫਰਮਾਨ ਕਰਦੇ ਹਨ, ਪਰਮਾਤਮਾ ਦੇ ਸੇਵਕ ਐਸੇ ਹਨ ਕਿ ਉਹਨਾਂ ਦੀ ਸ਼ੋਭਾ ਦਾਗਹੀਨ ਹੁੰਦੀ ਹੈ। ਸੇਵਕ ਦੇ ਚਰਨ ਗੰਗਾ ਜਿਹੇ ਕਰੋੜਾਂ ਤੀਰਥਾਂ ਦੇ ਤੁਲ ਹਨ। ਭਾਵ ਵਿਚਾਰੀ ਇਕੱਲੀ ਗੰਗਾ ਹੀ ਹਸਤੀ ਹੀ ਕੀ ਹੈ। ਪ੍ਰਭੂ ਦੇ ਭਗਤ ਦੀ ਚਰਨ ਧੂੜ ਕਰੋੜਾਂ ਗੰਗਾ ਆਦਿ ਤੀਰਥਾਂ ਤੋਂ ਵੀ ਸ੍ਰੇਸ਼ਟ ਹੈ। ਜਿਸ ਮਨੁੱਖ ਨੇ ਪ੍ਰਭੂ ਦੇ ਸੇਵਕ ਦੀ ਚਰਨ ਧੂੜ ਵਿੱਚ ਇਸ਼ਨਾਨ ਕਰ ਲਿਆ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਹੋਏ ਪਾਪ ਦੂਰ ਹੋ ਜਾਂਦੇ ਹਨ। ਭਾਵ ਜਿਸ ਨੇ ਆਪਾ ਭਾਵ ਮਿਟਾ ਕੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਦੇ ਉਪਦੇਸ਼ ਰਾਹੀਂ ਨਿਮਰਤਾ ਸਹਿਣਸ਼ੀਲਤਾ ਵਾਲਾ ਜੀਵਨ ਬਣਾ ਲਿਆ, ਉਹ ਵਿਕਾਰਾਂ ਤੋਂ ਖਲਾਸੀ ਪਾ ਲੈਂਦਾ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਲੇਖਕ
सरदार गुरबख्श सिंह काला अफगाना। तीजे कांड का तीजे तो 8वां भाग। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह।